ਸ਼ੁਰੂ ਵਿੱਚ ਕੁਝ ਵੀ ਨਹੀਂ ਸੀ ਰੱਬ ਨੂੰ ਛੱਡ ਕੇ। ਉਹ ਸ਼ੁਰੂ ਤੋਂ ਹੀ ਉੱਥੇ ਹੈ ਜਿੱਥੇ ਕੋਈ ਨਹੀਂ ਪਹੁੰਚ ਸਕਦਾ। ਉਸਨੇ ਪਹਿਲਾਂ ਆਪਣਾ ਤਖਤ ਬਣਾਇਆ, ਉਹ ਸਿੰਘਾਸਨ ਜੋ ਸਾਰੀਆਂ ਬਣਾਈਆਂ ਚੀਜ਼ਾਂ ਦੀ ਛੱਤ ਹੈ। ਧਰਤੀ ਦੇ ਹੇਠਾਂ ਅਤੇ ਧਰਤੀ ਅਤੇ ਤਖਤ ਦੇ ਵਿਚਕਾਰ ਮੌਜੂਦ ਹਰ ਚੀਜ਼ ਨੂੰ ਸ਼ਾਮਲ ਕਰਨਾ। ਇਹ ਉਹ ਹੈ ਜਿਸ ਨੇ ਅਸਮਾਨ ਅਤੇ ਧਰਤੀ ਨੂੰ 6 ਦਿਨਾਂ ਵਿੱਚ ਬਣਾਇਆ ਅਤੇ ਉਸ ਦਾ ਸਿੰਘਾਸਨ ਪਾਣੀ ਦੇ ਉੱਪਰ ਸੀ। ਜਦੋਂ ਕਿ ਉਸ ਦਾ ਸਿੰਘਾਸਨ ਪਾਣੀ ਉੱਤੇ ਸੀ, ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਦੀ ਰਚਨਾ ਕਰਨ ਤੋਂ 50,000 ਸਾਲ ਪਹਿਲਾਂ ਸ੍ਰਿਸ਼ਟੀ ਦੇ ਮਾਪ ਨਿਰਧਾਰਤ ਕੀਤੇ ਸਨ। ਕੁਝ ਲੋਕਾਂ ਨੇ ਮੁਹੰਮਦ ਨੂੰ ਪੁੱਛਿਆ ਸੱਲੱਲਾਹੁ ਅਲੈਹਿ ਵਸੱਲਮ ਕਿ ਰੱਬ ਦੀ ਪਹਿਲੀ ਰਚਨਾ ਕੀ ਹੈ। ਉਸਨੇ ਕਿਹਾ, ਸਭ ਤੋਂ ਪਹਿਲਾਂ ਰੱਬ ਤੋਂ ਬਿਨਾਂ ਕੁਝ ਨਹੀਂ ਸੀ। ਫਿਰ ਉਸਨੇ ਆਪਣਾ ਸਿੰਘਾਸਨ ਬਣਾਇਆ। ਉਸ ਦਾ ਸਿੰਘਾਸਨ ਪਾਣੀ ਉੱਤੇ ਸੀ। ਸਿੰਘਾਸਨ ਨੂੰ ਲਾਲ ਰੂਬੀ ਤੋਂ ਬਣਾਇਆ ਗਿਆ ਸੀ ਅਤੇ ਇਸ ਦੇ ਦੋ ਪਾਸੇ ਦੇ ਵਿਚਕਾਰ ਦੀ ਦੂਰੀ ਨੂੰ ਪਾਰ ਕਰਨ ਲਈ 50,000 ਸਾਲ ਲੱਗ ਜਾਣਗੇ। ਤਖਤ ਦੀਆਂ ਲੱਤਾਂ ਹਨ ਜੋ ਦੂਤਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਉਹ ਸਿੰਘਾਸਨ ਦੇ ਉੱਪਰ ਸੱਚਮੁੱਚ ਉਸ ਤਰੀਕੇ ਨਾਲ ਉੱਠਿਆ ਜੋ ਮਹਾਰਾਜ ਦੇ ਅਨੁਕੂਲ ਹੈ। ਫਿਰ ਉਸਨੇ ਆਪਣੀਆਂ ਰਚਨਾਵਾਂ ਲਈ ਪਹਿਲੀ ਚੀਜ਼ ਬਣਾਈ ਜੋ ਕਿ ਉਸ ਦੀ ਕਲਮ ਸੀ। ਫਿਰ ਉਸਨੇ ਇਸ ਨੂੰ ਕਿਹਾ, ਲਿਖੋ, ਅਤੇ ਉਸੇ ਕੜੀ ਵਿੱਚ ਜੋ ਕੁਝ ਵਾਪਰਿਆ ਉਹ ਪੁਨਰ ਉਥਾਨ ਦੇ ਦਿਨ ਤੱਕ ਲਿਖਿਆ ਗਿਆ ਸੀ। ਫਿਰ ਉਸਨੇ ਰਿਕਾਰਡ ਵਿੱਚ ਸਭ ਕੁਝ ਲਿਖਿਆ ਅਤੇ ਉਸਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਸਰਬਸ਼ਕਤੀਮਾਨ ਪਰਮਾਤਮਾ ਸਭ ਚੀਜ਼ਾਂ ਦਾ ਸਿਰਜਣਹਾਰ ਹੈ ਅਤੇ ਉਹ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਮਾਮਲਿਆਂ ਦਾ ਨਿਪਟਾਰਾ ਕਰਨ ਵਾਲਾ। ਉਸ ਦੁਆਰਾ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਸਨ। ਉਸ ਤੋਂ ਬਿਨਾਂ ਕੁਝ ਵੀ ਨਹੀਂ ਬਣਾਇਆ ਗਿਆ ਜੋ ਬਣਾਇਆ ਗਿਆ ਹੈ। ਦੂਤ ਅਤੇ ਆਤਮਾ ਇੱਕ ਦਿਨ ਵਿੱਚ ਉਸ ਦੇ ਕੋਲ ਚੜ੍ਹਦੇ ਹਨ ਜਿਸ ਦੀ ਮਿਆਦ 50,000 ਸਾਲ ਹੈ ਕਿ ਤਖਤ ਅਤੇ 7ਵੀਂ ਧਰਤੀ ਵਿਚਕਾਰ ਦੂਰੀ ਲੰਘਣ ਲਈ 50,000 ਸਾਲ ਲੱਗਣਗੇ ਅਤੇ ਇਸ ਦੀ ਚੌੜਾਈ ਵੀ 50,000 ਸਾਲ ਹੈ। ਉਹ ਦੂਤ ਜੋ ਪਰਮੇਸ਼ੁਰ ਦੇ ਸਿੰਘਾਸਨ ਨੂੰ ਚੁੱਕਦੇ ਹਨ ਅਤੇ ਇਸ ਦੇ ਆਲੇ ਦੁਆਲੇ ਦੇ ਲੋਕ ਆਪਣੇ ਇੱਕੋ ਇੱਕ ਪਰਮਾਤਮਾ ਦੀ ਉਸਤਤੀ ਕਰਦੇ ਹਨ ਅਤੇ ਉਸ ਵਿੱਚ ਵਿਸ਼ਵਾਸ ਕਰਨ ਵਾਲਿਆਂ ਲਈ ਮਾਫੀ ਮੰਗੋ। ਰੱਬ ਤੋਂ ਬਿਨਾਂ ਕਿਸੇ ਨੂੰ ਪੂਜਣ ਦਾ ਹੱਕ ਨਹੀਂ ਹੈ। ਸਭ ਤੋਂ ਮਹਾਨ, ਸਭ ਤੋਂ ਵੱਧ ਸਹਿਣਸ਼ੀਲ। ਰੱਬ ਤੋਂ ਬਿਨਾਂ ਕਿਸੇ ਨੂੰ ਪੂਜਣ ਦਾ ਹੱਕ ਨਹੀਂ ਹੈ। ਨੋਬਲ ਥਰੋਨ ਦਾ ਪ੍ਰਭੂ। ਰੱਬ ਤੋਂ ਬਿਨਾਂ ਕਿਸੇ ਨੂੰ ਪੂਜਣ ਦਾ ਹੱਕ ਨਹੀਂ ਹੈ। ਆਕਾਸ਼ ਅਤੇ ਧਰਤੀ ਦਾ ਸੁਆਮੀ, ਮਹਾਨ ਸਿੰਘਾਸਨ ਦਾ ਪ੍ਰਭੂ। ਉਹ ਰੱਬ ਜਿਸ ਨੇ ਨਾ ਜਨਮ ਲਿਆ ਅਤੇ ਨਾ ਹੀ ਮਰ ਸਕਦਾ ਹੈ। ਕੋਈ ਉਸ ਨੂੰ ਜਨਮ ਨਹੀਂ ਦੇ ਸਕਦਾ, ਨਾ ਹੀ ਕੋਈ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਹ ਸਾਡਾ ਸਿਰਜਣਹਾਰ ਹੈ, ਤੁਹਾਡਾ, ਮੇਰਾ ਉਹ ਨਬੀ, ਨਬੀਆਂ ਦੀਆਂ ਮਾਵਾਂ, ਅਸੀਂ ਸਾਰੇ, ਇਹ ਧਰਤੀ, ਉਹ ਪੌਦੇ, ਉਹ ਪਹਾੜ, ਉਹ ਤਾਰੇ, ਸਾਰੀ ਗੈਲੈਕਸੀ ਅਤੇ ਇਸ ਵਿੱਚ ਸਭ ਕੁਝ। ਉਹ ਸਾਡਾ ਪਰਮੇਸ਼ੁਰ ਸਰਬਸ਼ਕਤੀਮਾਨ ਹੈ। ਉਹ ਹੁਣ ਸਾਨੂੰ ਦੇਖ ਰਿਹਾ ਹੈ। ਉਹ ਇਹ ਸੁਣ ਰਿਹਾ ਹੈ। ਉਹ ਜਾਣਦਾ ਹੈ ਜੋ ਤੁਹਾਡੇ ਦਿਲ ਵਿੱਚ ਹੈ, ਕੀ ਹੋ ਰਿਹਾ ਹੈ, ਤੁਸੀਂ ਕੀ ਸੋਚ ਰਹੇ ਹੋ। ਉਹ ਮੁੱਢ ਤੋਂ ਸਭ ਕੁਝ ਜਾਣਦਾ ਹੈ ਅਤੇ ਤੁਹਾਡੀ ਮੌਤ ਤੋਂ ਬਾਅਦ ਕੀ। ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ, ਸਰਬਸ਼ਕਤੀਮਾਨ ਪਰਮੇਸ਼ੁਰ ਦੇ ਦੂਤਾਂ ਵਿੱਚੋਂ ਇੱਕ ਜੋ ਪਰਮੇਸ਼ੁਰ ਦਾ ਸਿੰਘਾਸਨ ਰੱਖਦਾ ਹੈ ਕਿ ਉਸ ਦੇ ਕੰਨ ਦੀ ਲੋਬ ਅਤੇ ਉਸ ਦੇ ਮੋਢੇ ਵਿਚਕਾਰ 700 ਸਾਲ ਦਾ ਸਫ਼ਰ ਹੈ। ਦੂਰੀ ਤਾਂ 700 ਸਾਲਾਂ ਤੋਂ ਉੱਡਦੇ ਪੰਛੀ ਵਰਗੀ ਹੈ ਅਤੇ ਉਸ ਦੀ ਕੁਰਸੀ ਅਸਮਾਨ ਅਤੇ ਧਰਤੀ ਦੇ ਉੱਪਰ ਫੈਲੀ ਹੋਈ ਹੈ ਅਤੇ ਉਹ ਉਹਨਾਂ ਦੀ ਰਾਖੀ ਅਤੇ ਸੰਭਾਲ ਕਰਨ ਵਿੱਚ ਕੋਈ ਥਕਾਵਟ ਮਹਿਸੂਸ ਨਹੀਂ ਕਰਦਾ ਅਤੇ ਉਹ ਸਭ ਤੋਂ ਉੱਚਾ, ਸਭ ਤੋਂ ਮਹਾਨ ਹੈ। ਕੁਰਸੀ ਸਾਡੇ ਉੱਪਰ ਹੈ। ਸਾਰੀਆਂ ਰਚਨਾਵਾਂ ਅਤੇ ਤਖਤ ਕੁਰਸੀ ਤੋਂ ਉੱਪਰ ਹੈ। ਕੁਰਸੀ ਪ੍ਰਭੂ ਦੇ ਚਰਨਾਂ ਦੀ ਚੌਂਕੀ ਹੈ ਅਤੇ ਸਿੰਘਾਸਨ ਸੀਟ ਹੈ ਜੋ ਦੂਤ ਦੁਆਰਾ ਅਦਾ ਕੀਤਾ ਗਿਆ ਹੈ ਅਤੇ ਤਖਤ ਪਰਮਾਤਮਾ ਦੀ ਸਭ ਤੋਂ ਵੱਡੀ ਰਚਨਾ ਹੈ। ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ, ਤਖਤ ਦੀ ਤੁਲਨਾ ਵਿੱਚ ਕੁਰਸੀ ਹੈ ਧਰਤੀ ਉੱਤੇ ਇੱਕ ਖੁੱਲੇ ਮਾਰੂਥਲ ਵਿੱਚ ਸੁੱਟੇ ਗਏ ਲੋਹੇ ਦੇ ਇੱਕ ਰਿੰਗ ਤੋਂ ਵੱਧ ਨਹੀਂ। ਕੁਰਸੀ ਪੈਰਾਂ ਦੀ ਚੌਂਕੀ ਹੈ ਅਤੇ ਪਰਮੇਸ਼ੁਰ ਤੋਂ ਇਲਾਵਾ ਕੋਈ ਵੀ ਸਿੰਘਾਸਨ ਦਾ ਸਹੀ ਅੰਦਾਜ਼ਾ ਲਗਾਉਣ ਦੇ ਯੋਗ ਨਹੀਂ ਹੈ। ਸਰਬਸ਼ਕਤੀਮਾਨ ਅਤੇ ਕੋਈ ਵੀ ਰੱਬ ਦੇ ਆਕਾਰ ਦੀ ਵਿਆਖਿਆ ਨਹੀਂ ਕਰ ਸਕਦਾ। ਉਸ ਦੀ ਦਿੱਖ, ਉਸ ਦੀ ਆਵਾਜ਼ ਆਦਿ ਕਲਪਨਾ ਵੀ ਨਹੀਂ ਕਰ ਸਕਦਾ। ਖੈਰ, ਕਿਰਪਾ ਕਰਕੇ ਉਸ ਕੋਲ ਵਾਪਸ ਆਓ। ਉਸ ਨੂੰ ਪ੍ਰਾਰਥਨਾ ਕਰੋ, ਚੰਗੇ ਕੰਮ ਕਰੋ। ਸਮੇਂ ਤੋਂ ਪਹਿਲਾਂ ਕੁਝ ਲੋਕ ਮੰਨਦੇ ਹਨ ਕਿ ਇਹ ਸਾਡੇ ਹੱਥਾਂ ਵਿੱਚ ਲਿਖਿਆ ਹੋਇਆ ਹੈ ਅਤੇ ਸੋਚ ਕਿ ਕੁਝ ਲੋਕ ਇਸ ਨੂੰ ਪੜ੍ਹ ਸਕਦੇ ਹਨ, ਪਰ ਇਹ ਇੱਕ ਵੱਡੀ ਗਲਤੀ ਹੈ। ਕੋਈ ਨਹੀਂ ਜਾਣਦਾ ਕਿ ਰੱਬ ਨੇ ਕੀ ਲਿਖਿਆ ਹੈ ਅਤੇ ਇਹ ਨਾ ਸੋਚੋ ਕਿ ਪਰਮਾਤਮਾ ਹਰ ਥਾਂ ਹੈ ਜਾਂ ਇਹ ਕਿ ਉਹ ਸਾਡੇ ਦਿਲਾਂ ਵਿੱਚ ਹੈ। ਇਹ ਗਲਤ ਵਿਸ਼ਵਾਸ ਹੈ। ਇਹ ਇੱਕ ਵੱਡੀ ਗਲਤੀ ਹੈ। ਉਹ ਤਖਤ ਦੇ ਉੱਪਰ ਹੈ। ਉਸ ਦੀ ਸ਼ਕਤੀ ਅਤੇ ਗਿਆਨ ਹਰ ਥਾਂ ਹੈ, ਪਰ ਉਹ ਖੁਦ ਧਰਤੀ ਉੱਤੇ ਨਹੀਂ ਆਉਂਦਾ।
ਘੱਟੋ-ਘੱਟ ਉਹ ਰਾਤ ਦੇ ਹਰ ਆਖਰੀ ਘੰਟੇ ਵਿੱਚ ਸਭ ਤੋਂ ਹੇਠਲੇ ਅਸਮਾਨ ਵਿੱਚ ਆਉਂਦਾ ਹੈ ਅਤੇ ਕੌਣ ਮੈਨੂੰ ਪੁਕਾਰਦਾ ਹੈ ਕਿ ਮੈਂ ਉਸ ਨੂੰ ਉੱਤਰ ਦੇਵਾਂ, ਕੌਣ ਮੇਰੇ ਤੋਂ ਕੁਝ ਮੰਗ ਰਿਹਾ ਹੈ ਕਿ ਮੈਂ ਉਸ ਨੂੰ ਦੇ ਸਕਾਂ, ਕੌਣ ਮਾਫੀ ਮੰਗ ਰਿਹਾ ਹੈ ਕਿ ਮੈਂ ਉਸ ਨੂੰ ਮਾਫ ਕਰਾਂ। ਇਸ ਲਈ ਤੋਬਾ ਕਰੋ, ਪਰਮੇਸ਼ੁਰ ਤੋਂ ਮਾਫੀ ਮੰਗੋ। ਝੂਠੇ ਦੇਵਤਿਆਂ ਅਤੇ ਝੂਠੇ ਲੋਕਾਂ ਵੱਲ ਨਾ ਜਾਓ, ਸੱਚੇ ਮਾਰਗ ਤੇ ਆਓ, ਚੰਗੇ ਕੰਮ ਕਰੋ, ਉਹ ਤੁਹਾਨੂੰ ਮਾਫ ਕਰੇਗਾ। ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ, ਰੱਬ ਨੇ ਦਇਆ ਨੂੰ 100 ਹਿੱਸਿਆਂ ਵਿੱਚ ਬਣਾਇਆ ਅਤੇ ਉਸਨੇ ਆਪਣੇ ਕੋਲ 90 ਹਿੱਸੇ ਰੱਖੇ ਸਨ। ਇੱਕ ਹਿੱਸਾ ਧਰਤੀ ਉੱਤੇ ਭੇਜਿਆ ਹੈ ਅਤੇ ਇਸ ਕਰਕੇ ਸਿਰਫ ਇੱਕ ਹਿੱਸਾ ਧਰਤੀ ਦੀਆਂ ਸਾਰੀਆਂ ਰਚਨਾਵਾਂ ਵਿੱਚ ਆਪਸੀ ਪਿਆਰ ਹੈ। ਇਸ ਲਈ ਜਾਨਵਰ ਆਪਣੇ ਬੱਚੇ ਤੋਂ ਆਪਣੇ ਖੁਰ ਚੁੱਕ ਲੈਂਦਾ ਹੈ, ਡਰ ਹੈ ਕਿ ਇਸ ਨੂੰ ਨੁਕਸਾਨ ਹੋ ਸਕਦਾ ਹੈ। رحمن رحمن ساعدني يا رحمن اشرح صدري قرآن املأ قلبي قرآن واسق حياتي قرآن رحمن يا رحمن بمجيني يا رحمن أصبحي ما يدوشو نبني ما يوسنسي ناوتشي